ਰਣਜੀਤ ਸਿੰਘ ਹੈ ਜੀ। ਤੇ ਇੱਥੋਂ ਦਾ ਕੀ ਇਤਿਹਾਸ ਹੈ ਜਿਹੜਾ ਛੇਵੇਂ ਪਾਤਸ਼ਾਹੀ ਨਾਲ ਜੁੜਿਆ ਹੋਇਆ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ, ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਫਤਿਹ ਬੁਲਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਅਸਥਾਨ 'ਤੇ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਹੈ ਜੀ। ਇਹ ਬਾਬਾ ਸੂਰਤੀਆ ਜੀ ਦੀ ਹਵੇਲੀ ਹੋਇਆ ਕਰਦੀ ਸੀ। ਜਦੋਂ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1688 ਈਸਵੀ ਨੂੰ ਇਸ ਨਗਰ ਵਿੱਚ ਪਹੁੰਚੇ ਨੇ, ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦਮ ਲਿਆ। ਉੱਥੋਂ ਬਾਬਾ ਸੂਰਤੀਆ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਗ੍ਰਹਿ ਵਿਖੇ ਲੈ ਕੇ ਆਏ। ਇੱਥੇ ਸਤਿਗੁਰੂ ਜੀ 45 ਦਿਨ ਟਿਕੇ। ਇਹ ਬਾਬਾ ਸੂਰਤੀਆ ਜੀ ਦੀ ਹਵੇਲੀ ਸੀ, ਜੋ ਕਿ ਅੱਜ ਕੱਲ੍ਹ ਗੁਰਦੁਆਰਾ ਹਵੇਲੀ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਇਸ ਪਾਵਨ ਅਸਥਾਨ 'ਤੇ 45 ਦਿਨ ਰਹਿੰਦੇ ਰਹੇ। ਪਰਿਵਾਰ ਨੇ ਬੇਅੰਤ ਸੇਵਾ ਕੀਤੀ ਔਰ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਿਗੁਰੂ ਜੀ ਨੇ ਚੋਲਾ ਸਾਹਿਬ, ਪੋਥੀ ਸਾਹਿਬ ਅਤੇ ਇੱਕ ਜੋੜਾ ਸਾਹਿਬ ਅਤੇ ਇੱਕ ਮੰਜੀ ਸਾਹਿਬ ਪਰਿਵਾਰ ਨੂੰ ਬਖਸ਼ਿਸ਼ ਕੀਤੇ, ਜੋ ਕਿ ਚੋਲਾ ਸਾਹਿਬ ਅਤੇ ਜੋੜਾ ਸਾਹਿਬ ਅਤੇ ਪੋਥੀ ਸਾਹਿਬ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਆਪ ਜੀ ਦੇ ਦਰਸ਼ਨ ਕੀਤੇ ਨੇ। ਉਸ ਪਾਵਨ ਅਸਥਾਨ 'ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ, ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸੁਸ਼ੋਭਿਤ ਹੈ। ਔਰ ਨਗਰ ਦੇ ਵਿੱਚ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਸੁਸ਼ੋਭਿਤ ਹੈ, ਜੋ ਕਿ ਨਗਰ ਦੇ ਬਾਹਰਲੇ ਪਾਸੇ ਹੈ। ਉੱਥੇ ਸਤਿਗੁਰੂ ਜੀ ਜੰਗਲ ਪਾਣੀ ਵਾਸਤੇ ਜਾਇਆ ਕਰਦੇ, ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਧਿਆਨ ਵਿੱਚ ਜੁੜ ਜਾਇਆ ਕਰਦੇ। ਉੱਥੇ ਸਤਿਗੁਰੂ ਜੀ ਨੇ ਨਿੰਮ ਦੀ ਦਾਤਣ ਕਰਕੇ ਗੱਡ ਦਿੱਤੀ, ਜੋ ਕਿ ਇੱਕ ਬਹੁਤ ਭਾਰੀ ਦਰਖਤ ਦਾ ਰੂਪ ਧਾਰਨ ਕੀਤਾ। ਉਸ ਪਾਵਨ ਅਸਥਾਨ 'ਤੇ ਅੱਜ ਕੱਲ੍ਹ ਸਰੋਵਰ ਸਾਹਿਬ ਵੀ ਸੁਸ਼ੋਭਿਤ ਹੈ। ਉੱਥੇ ਸਤਿਗੁਰੂ ਜੀ ਦੀ ਮੰਜੀ ਸਾਹਿਬ ਦਾ ਬਾਣ ਅਤੇ ਦੌਣ ਸੁਸ਼ੋਭਿਤ ਹੈ। ਸੋ ਇਸ ਤਰ੍ਹਾਂ ਕਰਕੇ 45 ਦਿਨ ਸਤਿਗੁਰੂ ਜੀ ਇੱਥੇ ਪਰਿਵਾਰ ਦੇ ਕੋਲ ਰਹੇ। ਜਾਣ ਵੇਲੇ ਪਾਵਨ ਚੋਲਾ ਸਾਹਿਬ, ਜੋੜਾ ਸਾਹਿਬ, ਪੋਥੀ ਸਾਹਿਬ ਅਤੇ ਮੰਜੀ ਸਾਹਿਬ ਬਖਸ਼ ਕਰਕੇ ਗਏ। ਨਾਲ ਹੀ ਵਰ ਦਿੱਤਾ ਕਿ ਇਹ ਕਢਾਣੀ ਤੋਂ ਕਢਾਣ ਸਾਹਿਬ ਬਣੇਗਾ, ਨਗਰ ਬਹੁਤ ਵਧੇਗਾ ਔਰ ਬਾਹਰੋਂ ਆਇਆ ਦੁਸ਼ਮਣ ਨਗਰ ਨੂੰ ਹਰਾ ਨਹੀਂ ਸਕੇਗਾ, ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਰ ਦਿੱਤਾ ਕਿ ਇਹਨਾਂ ਪਾਵਨ ਸਥਾਨਾਂ 'ਤੇ ਹਾਜ਼ਰੀਆਂ ਭਰਨ ਦੇ ਨਾਲ ਬੇਅੰਤ ਬਿਮਾਰੀਆਂ ਦਾ ਨਾਸ਼ ਹੋਵੇਗਾ। ਸੋ ਸ਼ਨੀਵਾਰ ਵਾਲੇ ਦਿਨ ਬੇਅੰਤ ਸੰਗਤਾਂ ਇਹਨਾਂ ਪਾਵਨ ਸਥਾਨਾਂ 'ਤੇ ਹਾਜ਼ਰੀਆਂ ਭਰਦੀਆਂ ਨੇ, ਆਪਣਾ ਜਨਮ ਸੁਹੇਲਾ ਕਰਦੀਆਂ ਨੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਨੇ ਨਗਰ ਨੂੰ ਨਿਵਾਜਿਆ। ਸੋ ਆਪ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਬਾਬਾ ਜੀ, ਖਾਲਸਾ, ਬੰਦੀ ਛੋੜ ਦਿਵਸ ਵਾਹਿਗੁਰੂ ਜੀ ਤੇ ਕੀ ਕੀ ਹੁੰਦਾ ਇਸ ਧਾਰਮਿਕ ਸਥਾਨ ਤੇ? ਹਾਂਜੀ, ਬੰਦੀ ਛੋੜ ਦਿਵਸ 'ਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਢਾਡੀ ਦਰਬਾਰ ਸਜਾਇਆ ਜਾਂਦਾ ਹੈ। ਗੁਰਦੁਆਰਾ ਨਿਮਸਰ ਸਾਹਿਬ ਵਿਖੇ ਵੀ ਢਾਡੀ ਦਰਬਾਰ ਸਜਾਇਆ ਜਾਂਦਾ ਹੈ। ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ ਅਤੇ ਬੇਅੰਤ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਕਿੱਥੋਂ ਨੇ। ਕਿੱਥੋਂ ਸੰਗਤ ਆਉਂਦੀ ਹੈ ਜੀ? ਦੇਸ਼ਾਂ ਵਿਦੇਸ਼ਾਂ ਤੋਂ ਤਕਰੀਬਨ ਸਾਰੇ ਵਰਲਡ 'ਚੋਂ ਹੀ ਦੁਨੀਆ ਗੁਰੂ ਸੰਗਤ ਸਾਹਿਬ ਦੇ ਆਉਂਦੀ ਹੈ। ਜਿਹੜੀਆਂ ਨਿਸ਼ਾਨੀਆਂ ਨੇ ਉਹ ਕਿਸ ਤਰ੍ਹਾਂ ਹੁਣ ਸੰਭਾਲੀਆਂ ਹੋਈਆਂ ਨੇ, ਕਿਉਂਕਿ ਬਹੁਤ ਜ਼ਿਆਦਾ ਸਾਲ ਹੋ ਚੁੱਕੇ ਨੇ? ਹਾਂਜੀ, ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਹੈ ਜੀ। ਜਿਹੜਾ ਚੋਲਾ ਸਾਹਿਬ ਹੈ ਉਸ ਨੂੰ ਪਿੱਛੇ ਜੇ ਸੰਗਤ ਨੇ ਸੇਵਾ ਕੀਤੀ ਹੈ, ਲੈਮੀਨੇਸ਼ਨ ਕੀਤਾ ਹੈ। ਜੋੜਾ ਸਾਹਿਬ ਵੀ ਇਸੇ ਤਰ੍ਹਾਂ, ਪੋਥੀ ਸਾਹਿਬ ਨੂੰ ਵੀ ਲੈਮੀਨੇਸ਼ਨ ਕਰਕੇ ਸੰਭਾਲਿਆ ਹੋਇਆ, ਜੋ ਕਿ ਆਪ ਜੀ ਗੁਰਦੁਆਰਾ ਚੋਲਾ ਸਾਹਿਬ ਵਿਖੇ ਦਰਸ਼ਨ ਕਰ ਸਕਦੇ ਹੋ। ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਸਾਫ਼ ਸਫਾਈ ਸੰਭਾਲ ਕੀਤੀ ਜਾਂਦੀ ਹੈ ਤੇ ਜੀ। ਗੁਰੂ ਸਾਹਿਬ ਕਦੋਂ ਰੁਕੇ ਸੀ, ਕਿੱਥੋਂ ਰਿਹਾ ਹੋ ਕੇ ਆਏ ਸੀ ਤੇ ਕੀ ਇਤਿਹਾਸ ਹੈ ਜੀ? ਹਾਂਜੀ, ਸਤਿਗੁਰੂ ਜੀ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਹੋ ਕੇ ਸਭ ਤੋਂ ਪਹਿਲਾਂ ਆਪ ਜੀ ਜਾਣਦੇ ਹੋ ਕਿ ਅੰਮ੍ਰਿਤਸਰ ਸਾਹਿਬ ਗਏ ਨੇ। ਦੀਵਾਲੀ ਉੱਥੇ ਮਨਾਈ ਗਈ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਕਿ ਹੁਣ ਜਿਹੜਾ ਅਗਲਾ ਸਮਾਂ ਉਹ ਸੁਖਾਵਾਂ ਨਹੀਂ ਹੈ, ਹੁਣ ਜੰਗ ਯੁੱਧ ਕਰਨੇ ਪੈਣਗੇ, ਇਸ ਵਾਸਤੇ ਸਤਿਗੁਰੂ ਜੀ ਉੱਥੋਂ ਤੁਰੇ ਨੇ। ਨਗਰਾਂ ਦੇ ਵਿੱਚ ਦੀ ਹੋ ਕੇ ਪ੍ਰਚਾਰ ਫੇਰੀ ਇਸ ਨੂੰ ਆਪਾਂ ਕਹਿ ਸਕਦੇ ਹਾਂ। ਉਸ ਵੇਲੇ ਸਤਿਗੁਰੂ ਜੀ ਨੇ ਹੋਕਾ ਦਿੱਤਾ ਸੀ ਕਿ ਸਾਨੂੰ ਜਵਾਨੀ ਅਤੇ ਸ਼ਸਤਰ ਭੇਟ ਕਰੋ। ਉਸ ਵੇਲੇ ਸਤਿਗੁਰੂ ਜੀ ਉਸ ਪ੍ਰਚਾਰ ਫੇਰੀ ਦੇ ਦੌਰਾਨ ਇਸ ਨਗਰ ਵਿੱਚ ਪਹੁੰਚੇ ਨੇ। ਭੜੋਲਾ ਸਾਹਿਬ ਜਿਹੜਾ ਹੈਗੇ ਨੇ ਉਹਨਾਂ ਦਾ ਕੀ ਇਤਿਹਾਸ ਹੈ, ਕੀ ਹੋਇਆ ਸੀ? ਹਾਂਜੀ, ਇਹ ਜਿਹੜਾ ਭੜੋਲਾ ਸਾਹਿਬ ਹੈ ਜੀ, ਇਹ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਸੀਗਾ। ਅਤੇ ਉਸ ਵੇਲੇ ਸਤਿਗੁਰੂ ਜੀ ਜਦੋਂ ਪ੍ਰਸ਼ਾਦਾ ਪਾਣੀ ਇੱਥੇ ਪਰਿਵਾਰ ਕੋਲ ਛਕਦੇ ਸੀਗੇ, ਅਤੇ ਉਸ ਵੇਲੇ ਇੰਨੀ ਜਿਹੜੀ ਹੈ ਉਹ ਉਪਜ ਜ਼ਮੀਨਾਂ ਦੇ ਵਿੱਚ, ਖੇਤੀ ਦੇ ਵਿੱਚ ਨਹੀਂ ਸੀ ਹੁੰਦੀ ਜਿੰਨੀ ਅੱਜ ਦੇ ਜ਼ਮਾਨੇ 'ਚ ਹੁੰਦੀ ਹੈ। ਅਤੇ ਉਸ ਵੇਲੇ ਜਦੋਂ ਰਾਸ਼ਨ ਮੁੱਕ ਗਿਆ, ਮਾਤਾ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸਾਡਾ ਦਿਲ ਕਰਦਾ ਹੈ ਪ੍ਰਸ਼ਾਦੇ ਪਾਣੀ ਦੀ ਸੇਵਾ ਆਪ ਜੀ ਦੀ ਅਸੀਂ ਹੀ ਕਰੀਏ, ਪਰ ਕਣਕ ਮੁੱਕ ਗਈ।
ਸਤਿਗੁਰੂ ਜੀ ਕਹਿੰਦੇ ਨੇ ਕੋਈ ਨਹੀਂ ਮਾਤਾ ਚੱਕੀ ਚੋਂ ਕਣਕ ਦੇ ਦਾਣੇ ਲਿਆ। ਸੋ ਮਾਤਾ ਨੇ ਚੱਕੀ ਚੋਂ ਕਣਕ ਦੇ ਦਾਣੇ ਲਿਆ ਕੇ ਭੜੋਲੇ ਦੇ ਵਿੱਚ ਪਾ ਦਿੱਤੇ, ਵਰ ਦਿੱਤਾ, ਲੈ ਮਾਤਾ ਤੇਰੇ ਘਰੇ ਲੰਗਰ ਦੀ ਤੋਟ ਨਹੀਂ ਆਵੇਗੀ, ਢੱਕਣ ਚੱਕੇ ਨਾ ਦੇਖਿਓ। ਸਾਧ ਸੰਗਤ ਜੀ ਕਹਿੰਦੇ ਨੇ ਕਿ 180 ਸਾਲ ਇਸੇ ਤਰ੍ਹਾਂ ਲੰਗਰ ਚੱਲੀ ਗਿਆ, ਤਕਰੀਬਨ 5 ਪੀੜ੍ਹੀਆਂ। 5ਵੀਂ ਪੀੜ੍ਹੀ 'ਚ ਨਵੀਂ ਨੂੰ ਨੇ ਆ ਕੇ ਢੱਕਣ ਚੱਕ ਦਿੱਤਾ। ਉਸ ਤੋਂ ਬਾਅਦ ਉਹ ਬਰਕਤ ਜਿਹੜੀ ਹੈ ਸਮਾਪਤ ਹੋ ਗਈ। ਤੇ ਹੋਰ ਕਿਹੜੀ ਜਿਹੜੀਆਂ ਬਿਮਾਰੀਆਂ ਦਾ ਇੱਥੇ ਇਲਾਜ ਹੁੰਦਾ ਤੇ ਕਦੋਂ ਉਹ ਦਿਨ ਜਿਹੜਾ ਇੱਥੇ ਸੰਗਤ ਆਉਂਦੀ ਹੈ? ਹਾਂਜੀ, ਇੱਥੇ ਹੁਣ ਤਾਂ ਤਕਰੀਬਨ ਸਾਰੀਆਂ ਹੀ ਬਿਮਾਰੀਆਂ ਵਾਲੇ, ਕੋਈ ਵੀ ਮਨੋਭਾਵਨਾ ਕਿਸੇ ਦੀ ਹੈ ਉਹ ਸੁੱਖਾਂ ਸੁੱਖਦੇ ਨੇ ਲੋਕ, ਸਾਰੀਆਂ ਹੀ ਪੂਰੀਆਂ ਹੁੰਦੀਆਂ ਨੇ ਜੀ। ਸਾਰੀਆਂ ਬਿਮਾਰੀਆਂ ਤੋਂ ਆਰਾਮ ਆਉਂਦਾ ਜਿਹੜੇ ਸਰਦਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੇ ਨੇ। ਸ਼ਨੀਵਾਰ ਦਾ ਦਿਨ ਇੱਕ ਖਾਸ ਨਿਸ਼ਚਿਤ ਕੀਤਾ ਹੋਇਆ ਜੀ, ਉਸ ਦਿਨ ਸੰਗਤ ਹਾਜ਼ਰੀ ਭਰਦੀ ਹੈ। ਰਾਤ ਗੁਰਦੁਆਰਾ ਨਿਮਸਰ ਸਾਹਿਬ ਵਿਖੇ ਰਹਿੰਦੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਅਰਦਾਸ ਦੇ ਵਿੱਚ ਗੁਰਦੁਆਰਾ ਚੋਲਾ ਸਾਹਿਬ ਵਿਖੇ ਹਾਜ਼ਰੀ ਤੇ ਭਰਦੀ ਵੱਡੇ ਧਾਰਮਿਕ ਸਥਾਨ ਨੇ, ਇਹਨਾਂ ਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਕਿਹੜੀ ਸੰਸਥਾ ਵੱਲੋਂ? ਹਾਂਜੀ, ਇਹ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਨੇ SGPC ਦੇ ਅਧੀਨ ਆਉਂਦੇ ਨੇ ਜੀ। SGPC ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਇਹਨਾਂ ਪਾਵਨ ਸਥਾਨਾਂ ਦੀ ਸੇਵਾ ਸੰਭਾਲੀ ਜਾ ਰਹੀ ਹੈ। ਇੱਥੇ ਸਰਦਾਰ ਗੁਰਜੀਤ ਸਿੰਘ ਜੀ ਜੋ ਕਿ ਬਤੌਰ ਮੈਨੇਜਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਜੀ। ਇਹ ਰੱਬ ਦਾ ਘਰ ਆ। ਛੇਵੇਂ ਪਾਤਸ਼ਾਹ ਉਰੇ ਰਹੇ ਹੋਏ ਨੇ 42 ਦਿਨ। ਕੀ ਇੱਥੇ ਜਿਹੜਾ ਸੁਸ਼ੋਭਤ ਹੈ? ਇੱਥੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਤਾਂ ਚੋਲਾ ਸਾਹਿਬ ਆ, ਇੱਕ ਜੋੜਾ ਸਾਹਿਬ ਆ, ਇੱਕ ਪੋਥੀ ਆ, 5 ਗ੍ਰੰਥੀ। ਬੰਦੀ ਛੋੜ ਦਿਵਸ ਵਜੋਂ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਾਲੀ ਵਾਲੇ ਦਿਨ ਇੱਥੇ ਸੰਗਤ ਕਿੱਥੋਂ ਆਉਂਦੀ ਹੈ ਜੀ? ਇੱਥੋਂ ਸਾਰੇ ਹੀ ਆਉਂਦੀ ਆ, ਪੰਜਾਬ ਦੀ ਸਾਰੀ ਆਉਂਦੀ ਆ, ਹੋਰ ਦੇਸਾਂ ਪ੍ਰਦੇਸਾਂ ਸਭ ਜਿਹਨੂੰ ਸਰਦਾ, ਕੁੱਲ ਦੁਨੀਆ ਤੋਂ ਆਉਂਦਾ ਇੱਥੇ ਜਿਹਨੂੰ ਸਰਦਾ। ਕੁਝ ਮੰਨਤਾਂ ਵੀ ਇੱਥੇ ਮੰਗੀਆਂ ਜਾਂਦੀਆਂ ਨੇ, ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ? ਇੱਕ ਇੱਥੇ ਜੇ ਬਾਰ ਵਾਲੇ ਦਿਨ ਆ ਕੇ ਚੌਂਕੀ ਭਰੇ, ਚੌਂਕੀਆਂ ਭਰਨ, ਸਰੋਵਰ 'ਚ ਨਹਾਉਣ ਤਾਂ ਗਲਹੀਰਾਂ ਖਤਮ ਹੁੰਦੀਆਂ ਨੇ, ਗਲਹੀਰਾਂ ਗਲਦੀਆਂ। ਇੱਕ ਇਹ ਆ। ਇੱਕ ਇੱਥੇ ਗੁਰੂ ਸਾਹਿਬ ਬਾਗ ਕਰਕੇ ਗਏ ਨੇ ਵੀ ਕੁਦਰਤੀ ਆਫਤ ਇੱਥੇ ਕੋਈ ਆ ਨਹੀਂ ਸਕਦੀ। ਤੇ ਜਦੋਂ ਤੋਂ ਗੁਰੂ ਸਾਹਿਬ ਇੱਥੇ ਇਹ ਵਰ ਦੇ ਕੇ ਗਏ ਨੇ ਉਸ ਤੋਂ ਬਾਅਦ ਕਦੇ ਨੁਕਸਾਨ ਇਹ ਇਲਾਕੇ? ਨਹੀਂ, ਇੱਥੇ ਨੁਕਸਾਨ ਜੀ ਨਹੀਂ, ਤਕਰੀਬਨ ਕੋਈ ਆਪਤੀ ਕੁਦਰਤ ਕੋਈ ਨੁਕਸਾਨ ਨਹੀਂ ਹੋਇਆ। ਜਦੇ 350 ਸਾਲ ਦੇ ਗੁਰੂ ਸਾਹਿਬ ਇੱਥੇ ਚਰਨ ਪਾਏ ਨੇ, ਰਹੇ ਨੇ, ਦੀਵਾਨ ਲਾਉਂਦੇ ਰਹੇ ਨੇ, ਇਸ ਜਗ੍ਹਾ ਤੇ ਉਰੇ ਰਹੇ ਨੇ ਛੇਵੇਂ ਪਾਤਸ਼ਾਹ 42 ਦਿਨ। ਤੇ ਇੱਥੇ ਰੀਠਾ ਸਾਹਿਬ ਵੀ ਆ, ਇੱਥੇ ਮੰਜੀ ਸਾਹਿਬ ਵੀ ਆ, ਮੰਜੀ ਵੀ ਆ ਉਰੇ। ਸਿੱਖ ਇਤਿਹਾਸ ਦੇ ਵਿੱਚ ਇਸ ਜਗ੍ਹਾ ਇਹ ਇਤਿਹਾਸਕ ਕੰਮ ਨੇ, ਛੇਵੇਂ ਪਾਤਸ਼ਾਹ ਉਰੇ ਰਹੇ ਨੇ ਤੇ ਇਤਿਹਾਸਕ ਪਿੰਡ ਆ, ਉਰੇ ਰਹੇ ਨੇ, ਇਤਿਹਾਸਕ ਆ ਸਾਰਾ ਕੁਝ। ਗੁਰੂ ਛੇਵੇਂ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ ਉਰੇ ਰਹੇ ਨੇ।